हर बिसरत सदा खुआरी। ताको धोखा कहाँ व्यापै, जाको ओट तुहारी। बिन सिमरन ज्यों जीवन बलना, सर्प जैसे अरजारी। नव खंडन को राज कमावै, अंत चलै गुहारी। गुण निधान गुण तिन्हि गाए, जाको कृपा धारी। सो सुखिया धन उस जन्मा, नानक तिस बलिहारी। हम अवगुण भरे एक गुण नाही, अमृत छाड़ बिख बिख। माया मोह परम पै भूले, सुत धारा स्यों। एक उत्तम पंथ सुन्यो गुर संगत, तेह मिलंत जम। एक अरदास पाठ कीरत की, गुर रामदास। सुकहो टल गुर सेविय, अहनस। दर्शन परसै गुरु का जन्म, होवै सिफत खसमदि। नूर अरसों कुरसों, तुद डिठे सच्चे पातशाह। माल जन्म सज्जन सच्चा पातशाह, सिर सांधै। जिस पास बैठिया सोहीए, सबना दा वेसा हो। सतनाम। श्री वाहिगुरु साहिब जी। श्लोक महला तीजा। बिन सतगुर सेवे जी के बंदना, विच हमै कर्म कमाहे। बिन सतगुर सेवे और ना पावही, मर जम्मह आवै जाहे। बिन सतगुर सेवे जी के बंदना, विच हमै कर्म कमाहे। बिन सतगुर सेवे ठौर न पावही, मर जम्मह आवै जाहे। बिन सतगुर सेवे फिक्का बोलना, नाम ना वसै मन माहे। नानक बिन सतगुर सेवे, जमपुर बद्धे मारियन। मोह कालै उठ जाहे। महला पहला। जालो ऐसी रीत, जित मैं प्यारा विसरै। नानक साई भली प्रीत, जित साहिब सेती पत रहै। पौड़ी। हर इको दाता सेविया, हर एक त्याइया। हर इको दाता मंगिया, मन चिंदिया पाइया।
ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਪਾਕ ਪਰਵਰਦਗਾਰ ਦਸੋਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ हैं ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਧੁਰ ਕੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ਼੍ਰੀ ਮੁਖ ਵਾਕ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਗਏ ਪਵਿੱਤਰ ਹੁਕਮਨਾਮੇ ਨੂੰ ਵਿਚਾਰਨ ਲਈ ਆਪਾਂ ਇਸ ਵਕਤ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਦਇਆਨੰਦ ਸੁਆਮੀ ਜੀ ਦੇ ਪਵਿੱਤਰ ਚਰਨਾਂ ਵਿੱਚ ਧਿਆਨ ਕੇਂਦਰਿਤ ਕਰੀਏ। ਤੀਸਰੇ, ਪਹਿਲੇ ਔਰ ਚੌਥੇ ਪਾਤਸ਼ਾਹ ਦੇ ਬਚਨ ਨੇ। ਸ਼ਲੋਕ ਤੀਸਰੇ ਪਾਤਸ਼ਾਹ ਦਾ ਹੈ, ਇੱਕ ਸ਼ਲੋਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਹੈ ਔਰ ਪੌੜੀ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹਾਂ। ਆਪ ਦੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਵਿੱਚ ਹਉਮੈ ਕਰਮ ਕਮਾਹੇ। ਸ਼ਲੋਕ ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰ ਰਹੇ ਨੇ। ਸਤਿਗੁਰਾਂ ਦੀ ਸੇਵਾ ਕੀਤੇ ਬਿਨਾ, ਕਿਉਂਕਿ ਗੁਰੂ ਕੀ ਸੇਵਾ ਹਉਮੈ ਨੂੰ ਨਿਵਾਰਦੀ ਹੈ। ਜੇ ਉਹ ਸੇਵਾ ਆਪਣੇ ਹਿਰਦੇ ਚੋਂ ਹਉਮੈ ਦਾ ਤਿਆਗ ਕਰਕੇ ਗੁਰੂ ਚਰਨਾਂ 'ਚ ਆਪਣਾ ਆਪ ਸਮਰਪਣ ਕਰਕੇ ਕੀਤੀ ਜਾਏ। ਜਿਸ ਵਕਤ ਕੋਈ ਸੇਵਕ ਗੁਰਦੇਵ ਦੇ ਚਰਨਾਂ ਵਿੱਚ ਆਪਣਾ ਆਪ ਗੁਰੂ ਚਰਨਾਂ 'ਚ ਅਰਪਣ ਕਰਕੇ ਸੇਵਾ ਕਰਦਾ ਤਾਂ ਫਿਰ ਹਉਮੈ ਦੀ ਨਿਵਰਤੀ ਹੁੰਦੀ ਹੈ। ਪਰ ਜੇ ਸਤਿਗੁਰਾਂ ਦੀ ਸੇਵਾ ਨਹੀਂ ਕਰਦਾ ਤਾਂ ਫਿਰ ਇਸ ਜੀਵ ਦੇ ਬੰਧਨ ਬਣੇ ਰਹਿੰਦੇ ਹਨ। ਇਹ ਸੰਸਾਰ ਦੇ ਜਿਤਨੇ ਵੀ ਕਰਮ ਕਰਦਾ ਹੈ, ਹੰਗਤਾ ਸਹਿਤ ਕਰਦਾ, ਹਉਮੈ ਦੇ ਸਹਿਤ ਕਰਦਾ।
ਔਰ ਹਉਮੈ ਦੇ ਸਹਿਤ ਕੀਤੇ ਗਏ ਜਿਤਨੇ ਵੀ ਕਰਮ ਨੇ ਉਹ ਕਰਮ ਇਸ ਪ੍ਰਾਣੀ ਵਾਸਤੇ ਬੰਧਨ ਬਣਦੇ ਚਲੇ ਜਾਂਦੇ ਹਨ। ਕੋਈ ਵੀ ਕਰਮ ਅਸੀਂ ਹਉਮੈ ਸਹਿਤ ਕਰੀਏ, ਚਾਹੇ ਉਹ ਪੁੰਨ ਕਰਮ ਹੋਵੇ ਚਾਹੇ ਉਹ ਪਾਪ ਕਰਮ ਹੋਵੇ, ਉਹ ਜੀਵ ਦਾ ਬੰਧਨ ਬਣਦਾ ਹੈ। ਹੰਗਤਾ, ਅਸਲ ਵਿੱਚ ਹੰਗਤਾ ਕੀ ਹੈ? ਜੋ ਨਹੀਂ ਹੈ ਉਸੇ ਤੇ ਮੈਂ ਕਰਨੀ, ਜੋ ਨਹੀਂ ਹੈ ਉਹਦੇ ਤੇ ਅਹੰਗ ਬਿਰਤੀ ਰੱਖਣੀ, ਉਹਨੂੰ ਹਉਮੈ ਕਹਿੰਦੇ ਨੇ। ਜੋ ਹੈ ਉਸ ਅਹੰਗ ਬਿਰਤੀ ਨੂੰ ਇਹ ਧਾਰਨ ਨਹੀਂ ਕਰਦਾ, ਜੋ ਨਹੀਂ ਹੈ ਉਹਦੇ ਤੇ ਅਹੰਗ ਬਿਰਤੀ ਹੈ। ਅਸਲ ਵਿੱਚ ਤਾਂ ਅਹੰਗ, ਜੋ ਸਾਡੇ ਅੰਦਰ ਦਾ ਅਹੰਗ ਹੈ, ਉਹ ਆਤਮਾ ਸਵਰੂਪ ਹੈ। ਪਰ ਉਹਨੂੰ ਨਾ ਜਾਣਦਿਆਂ ਹੋਇਆਂ ਜਦੋਂ ਸਰੀਰ ਨੂੰ ਅਹੰਗ ਭਾਵ ਨਾਲ ਕਿ ਮੈਂ ਸਰੀਰ ਹਾਂ, ਇੱਥੇ ਆ ਕੇ ਬਿਰਤੀ ਜੁੜ ਜਾਂਦੀ ਹੈ, ਉਸ ਵਕਤ ਫਿਰ ਉਹ ਹਉਮੈ ਬਣ ਜਾਂਦੀ ਹੈ। ਇਹਨੂੰ ਗੁਰਦੇਵ ਨੇ ਦੀਰਘ ਰੋਗ ਕਿਹਾ, ਬੜੀ ਵੱਡੀ ਬਿਮਾਰੀ ਕਿਹਾ, ਪਰ ਨਾਲ ਇਹ ਵੀ ਕਿਹਾ ਵੀ ਦਾਰੂ ਵੀ ਇਹਦੇ ਵਿੱਚ ਹੈ, ਦਵਾਈ ਵੀ ਇਹਦੇ ਵਿੱਚ ਹੈ। ਸਰੀਰ ਦੀ ਅਹੰਗ ਬਿਰਤੀ ਉਲਟ ਕੇ ਜਦੋਂ ਆਪਣੇ ਨਿਜ ਆਪੇ ਦਾ ਅਹੰਗ ਸਰੂਪ ਦੇ ਵਿੱਚ ਜਾ ਕੇ ਟਿਕ ਜਾਂਦੀ ਹੈ ਤਾਂ ਉਹ ਇਹਦੇ ਵਿੱਚ ਹੀ ਹੈ। ਦਾਰੂ ਵੀ ਇਹਦੇ ਵਿੱਚ ਹੀ ਹੈ, ਦਵਾਈ ਵੀ ਇਹਦੇ ਵਿੱਚ ਹੀ ਹੈ। ਜਦੋਂ ਤੱਕ ਇਹ ਅਹੰਗ ਬਿਰਤੀ ਜਿਹੜੀ ਬਾਹਰ ਦੀ ਸਰੀਰ ਦੀ ਅਸੀਂ ਬਣਾਈ ਹੋਈ ਹੈ ਇਹ ਨਹੀਂ ਨਿਰਵਿਰਤ ਹੁੰਦੀ, ਉਦੋਂ ਤੱਕ ਸਾਡੇ ਜਿਤਨੇ ਵੀ ਬੰਧਨ ਨੇ ਜੀਵ ਭਾਵ ਦੇ ਉਹ ਨਿਰਵਿਰਤ ਨਹੀਂ ਹੁੰਦੇ। ਉਸੇ ਕਰਕੇ ਆਉਣਾ ਪੈਂਦਾ, ਉਸੇ ਕਰਕੇ ਜਾਣਾ ਪੈਂਦਾ, ਜੰਮਣਾ ਮਰਨਾ ਉਸ ਹਉ ਕਰਕੇ ਹੀ ਹੈ। ਸਤਿਗੁਰਾਂ ਦੀ ਸੇਵਾ ਕੀਤਿਆਂ ਇਹ ਹਉਮੈ ਬਾਹਰ ਦੇ ਸਰੀਰ ਦੀ ਹਿਰਦੇ ਚੋਂ ਨਿਰਵਿਰਤ ਹੋ ਜਾਂਦੀ ਹੈ ਔਰ ਇਹਨੂੰ ਆਪਣੇ ਨਿਜ ਅਹੰਗ ਦਾ ਸਵਰੂਪ ਜਿਹੜਾ ਹੈ ਉਹਦਾ ਸਾਖਸ਼ਾਤਕਾਰ ਹੋ ਜਾਂਦਾ, ਉਹਦਾ ਗਿਆਨ ਹਾਸਲ ਹੋ ਜਾਂਦਾ। ਪਰ ਜੇ ਸੇਵਾ ਨਹੀਂ ਕਰਦਾ ਤਾਂ ਮਹਾਰਾਜ ਜੀ ਕਹਿੰਦੇ ਜਿੰਨੇ ਵੀ ਕਰਮ ਕਮਾਉਂਦਾ ਹੈ ਉਹ ਹਉਮੈ ਸਹਿਤ ਕਮਾਏ ਹੋਏ ਜਿਹੜੇ ਕਰਮ ਨੇ ਉਹ ਇਸ ਜੀਵ ਦੇ ਬੰਧਨ ਦਾ ਕਾਰਨ ਬਣਦੇ ਹਨ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵੈ ਜਾਏ। ਸਤਿਗੁਰਾਂ ਦੀ ਸੇਵਾ ਕੀਤੇ ਬਿਨਾ ਇਹਨੂੰ ਨਾ ਇਸ ਲੋਕ ਵਿੱਚ ਥਾਂ ਮਿਲਦੀ ਹੈ ਨਾ ਪਰਲੋਕ ਵਿੱਚ ਥਾਂ ਮਿਲਦੀ ਹੈ। ਗੁਰੂ ਪਾਤਸ਼ਾਹ ਦੀ ਸੇਵਾ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ। ਦੁਨੀਆ ਦੇ ਜਿਤਨੇ ਤਪ ਨੇ ਉਹਨਾਂ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਗੁਰੂ ਕੀ ਸੇਵਾ। ਇਹ ਤਪਾਂ ਸਿਰ ਤਪਸਾਰ ਹੈ। ਤੂੰ ਸਤਿਗੁਰਾਂ ਦੀ ਸੇਵਾ ਕੀਤੇ ਬਿਨਾ ਜੀਵ ਨੂੰ ਨਾ ਤਾਂ ਇਸ ਲੋਕ ਵਿੱਚ ਥਾਂ ਮਿਲਦੀ ਹੈ ਤੇ ਨਾ ਪਰਲੋਕ ਵਿੱਚ ਥਾਂ ਮਿਲਦੀ। ਗੁਰੂ ਸੇਵਾ ਕੀਤਿਆਂ ਹੀ ਸਾਹਿਬ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਹੁੰਦਾ, ਗੁਰੂ ਚਰਨਾਂ 'ਚ ਥਾਂ ਮਿਲਦੀ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ, ਸਾਡੇ ਘਰ ਵਿੱਚ, ਆ ਸਾਡਾ ਘਰ ਹੈ ਗੁਰੂ ਨਾਨਕ ਸਾਹਿਬ ਦਾ ਘਰ। ਇੱਥੇ ਸੇਵਾ ਦਾ ਜਿਹੜਾ ਸੰਕਲਪ ਹੈ ਉਹ ਗੁਰੂਦੇਵ ਨੇ ਸ੍ਰੇਸ਼ਟ ਕਰਕੇ ਸਿੱਖ ਨੂੰ ਦਿੱਤਾ। ਪਰ ਜਿਸ ਵੇਲੇ ਸਿੱਖ ਸੇਵਾ ਕਰਦਾ, ਸੇਵਾ ਕਰਨ ਵੇਲੇ ਇਹ ਨਹੀਂ ਵੇਖਦਾ ਕਿ ਉਹਦੇ ਸਾਹਮਣੇ ਦੁਸ਼ਮਣ ਖੜਾ ਹੈ ਕਤਾਰ ਵਿੱਚ, ਮਿੱਤਰ ਖੜਾ ਹੈ, ਵੈਰੀ ਹੈ, ਹਮਾਇਤੀ ਹੈ। ਜਦੋਂ ਨਗਾਰਾ ਵਜਾ ਦਿੱਤਾ ਕਿ ਲੰਗਰ ਭਾਈ ਵਰਤਣ ਲੱਗਾ ਤਾਂ ਉਸ ਵੇਲੇ ਦੁਸ਼ਮਣ ਦੀ ਫੌਜ ਦਾ ਸਿਪਾਹੀ ਆ ਜਾਏ ਤੇ ਚਾਹੇ ਆਪਣੇ ਸਿੱਖ ਆ ਜਾਣ, ਸਾਰਿਆਂ ਨੂੰ ਬਰਾਬਰ ਬਿਠਾ ਕੇ ਭੋਜਨ ਛਕਾਉਣਾ। ਨਗਾਰਾ ਵਜਾਇਆ ਹੀ ਇਸ ਕਰਕੇ ਜਾਂਦਾ ਲੰਗਰ ਦਾ ਕਿ ਆ ਜਾਓ ਭਾਈ ਜੀ ਨੇ ਭੋਜਨ ਛਕਣਾ। ਉਦੋਂ ਕਿਸੇ ਤੇ ਕੰਡੀਸ਼ਨ ਲਾਗੂ ਨਹੀਂ ਹੁੰਦੀ।
ਇਹ ਸੇਵਾ ਦਾ ਸੰਕਲਪ ਹੈ। ਸੇਵਾ ਤੋਂ ਬਿਨਾਂ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੁੰਦੀ। ਸਤਿਪੁਰਸ਼ ਮਹਾਂਪੁਰਸ਼ ਕਹਿੰਦੇ ਭਾਈ ਗੁਰੂ ਘਰ ਦੇ ਵਿੱਚ ਸੇਵਾ ਕੀਤੇ ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਸੇਵਾ ਦੇ ਕਈ ਪ੍ਰਕਾਰ ਨੇ। ਸੇਵਾ ਇੱਕ ਪ੍ਰਕਾਰ ਦੀ ਨਹੀਂ, ਅਨੇਕਾਂ ਪ੍ਰਕਾਰ ਦੀ ਸੇਵਾ ਹੈ। ਜੂਠੇ ਬਰਤਨ ਮਾਂਜਣ ਤੋਂ ਲੈ ਕੇ, ਜੋੜੇ ਝਾੜਨ ਤੋਂ ਲੈ ਕੇ, ਗੁਰਮਤਿ ਦੇ ਪ੍ਰਚਾਰ ਪ੍ਰਸਾਰ ਤੱਕ ਦੀ ਸੇਵਾ ਕਰਨੀ, ਚਾਹੇ ਉਹ ਕੀਰਤਨ ਰੂਪ ਵਿੱਚ ਕਰਨੀ, ਕਥਾ ਰੂਪ ਵਿੱਚ ਕਰਨੀ, ਬਾਣੀ ਪੜ੍ਹਨ ਰੂਪ ਵਿੱਚ ਕਰਨੀ, ਸਤ ਸੰਗਤ ਵਿੱਚ ਬੈਠਣ ਦੀ, ਕਥਾ ਸੁਣਨ ਦੀ, ਕੀਰਤਨ ਸੁਣਨ ਦੀ, ਇਹ ਸਾਰੀ ਗੁਰੂ ਸੇਵਾ ਹੈ। ਜਿਸ ਦੁਆਰਾ ਗੁਰੂ ਦਾ ਸੇਵਨ ਹੁੰਦਾ, ਜਿਸ ਸੇਵਾ ਦਾ ਜੇ ਮੁੱਖ ਰੂਪ ਸਮਝਣਾ ਹੋਵੇ ਤਾਂ ਉਹ ਏਦਾਂ ਸਮਝ ਵਿੱਚ ਆਉਂਦਾ ਹੈ ਕਿ ਜਿਸ ਕੰਮ ਨੂੰ ਕੀਤਿਆਂ ਤੁਹਾਨੂੰ ਆਪਣਾ ਗੁਰੂ ਚੇਤੇ ਆਉਂਦਾ, ਉਹ ਸੇਵਾ ਹੈ। ਬਸ ਇਹ ਸਮਝ ਲੈਣਾ ਕਿ ਤੁਸੀਂ ਅਗਰ ਕੋਈ ਕੰਮ ਕਰ ਰਹੇ ਹੋ ਔਰ ਉਸ ਕੰਮ ਨੂੰ ਕਰਦਿਆਂ ਤੁਹਾਨੂੰ ਆਪਣਾ ਗੁਰੂ ਚੇਤੇ ਆਉਂਦਾ, ਉਸ ਕੰਮ ਨੂੰ ਧਰਮ ਦਾ ਕਰਮ ਹੈ, ਕੋਈ ਭਲਾ ਕਰਮ ਹੈ, ਉਸ ਕਰਮ ਨੂੰ ਕਰਦਿਆਂ ਤੁਹਾਨੂੰ ਆਪਣਾ ਗੁਰੂ ਚੇਤੇ ਆਉਂਦਾ, ਉਹ ਸੇਵਾ ਹੈ। ਤੋ ਇਸ ਪ੍ਰਕਾਰ ਨਾਲ ਸੇਵਾ ਦਾ ਬਹੁਤ ਵਿਸਥਾਰ ਹੈ ਔਰ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਭੇਦਵਾਦ ਦੀ ਬਿਰਤੀ ਨਹੀਂ ਹੁੰਦੀ। ਭੇਦਾਵਾਦ ਜਿਹੜਾ ਉਹ ਸੇਵਾ ਕਰਨ ਵਾਲੇ ਦੇ ਹਿਰਦੇ 'ਚ ਨਹੀਂ ਹੁੰਦਾ। ਜਿਸ ਨੂੰ ਕਹਿੰਦੇ ਵਿਭਿੰਨਤਾ ਜਾਂ ਭੇਦਵਾਦ ਦੀ ਬਿਰਤੀ, ਦਵੈਸ਼ ਵਾਲੀ ਬਿਰਤੀ ਸੇਵਕ ਦੇ ਹਿਰਦੇ 'ਚ ਨਹੀਂ ਹੁੰਦੀ। ਤੋ ਜਿਹੜੇ ਸਤਿਗੁਰਾਂ ਦੀ ਸੇਵਾ ਤੋਂ ਵਿਹੂਣੇ ਨੇ, ਉਹਨਾਂ ਨੂੰ ਨਾ ਤਾਂ ਇਸ ਲੋਕ ਵਿੱਚ ਥਾਂ ਮਿਲਦੀ ਹੈ, ਨਾ ਪਰਲੋਕ ਵਿੱਚ। ਔਰ ਇਦਾਂ ਦੇ ਜਿਹੜੇ ਲੋਕ ਨੇ ਉਹ ਬਾਰ-ਬਾਰ ਮਰਦੇ ਨੇ ਔਰ ਬਾਰ-ਬਾਰ ਜੰਮਦੇ ਨੇ ਔਰ ਮੁੜ-ਮੁੜ ਕੇ ਸੰਸਾਰ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਹਾਂਜੀ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੀ। ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਰਸਨਾ ਵਿੱਚ ਮਿਠਾਸ ਨਹੀਂ ਆਉਂਦੀ। ਜੀਵ ਮਿੱਠ ਬੋਲੜਾ ਨਹੀਂ ਬਣਦਾ। ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਕਰਦਿਆਂ ਜਦੋਂ ਗੁਰੂ ਨੂੰ ਸਮਰਪਣ ਹੋ ਕੇ ਕੋਈ ਮਾਈ ਭਾਈ ਸੇਵਾ ਕਰਦਾ ਹੈ ਤਾਂ ਉਹਦੀ ਰਸਨਾ ਤੇ ਮਿਠਾਸ ਆ ਜਾਂਦੀ, ਕਿਉਂਕਿ ਉਹਦਾ ਹਿਰਦਾ ਮਿਠਾਸ ਨਾਲ ਭਰ ਜਾਂਦਾ। ਮਿਠਾਸ ਦਾ ਮਤਲਬ ਪਿਆਰ, ਪ੍ਰੇਮ। ਪ੍ਰੇਮ ਨਾਲ ਭਰੇ ਹੋਏ ਹਿਰਦੇ ਵਿੱਚ ਹਮੇਸ਼ਾ ਰਸਨਾ ਵਿੱਚੋਂ ਵੀ ਫਿਰ ਪ੍ਰੇਮ ਹੀ ਛਲਕਦਾ ਹੈ। ਪਰ ਕਈ ਵਾਰੀ ਇਹ ਵਿਧਾਨ ਹਰ ਜਗ੍ਹਾ ਤੇ ਜ਼ਰੂਰੀ ਨਹੀਂ ਹੁੰਦਾ। ਕਈ ਵਾਰੀ ਹਿਰਦੇ ਵਿੱਚ ਜ਼ਹਿਰ ਭਰਿਆ ਹੁੰਦਾ, ਰਸਨਾ ਤੇ ਮਿਠਾਸ ਵੀ ਹੁੰਦੀ ਹੈ। ਕਿਉਂਕਿ ਮਨੁੱਖ ਦੀ ਚਤੁਰਾਈ ਇਤਨੀ ਤੇਜ਼ ਹੈ, ਉਹ ਆਪਣੇ ਹਿਰਦੇ ਦਾ ਭਰਿਆ ਹੋਇਆ ਜ਼ਹਿਰ ਉਹ ਪ੍ਰਗਟ ਨਹੀਂ ਹੋਣ ਦਿੰਦਾ। ਖੈਰ, ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਇਹ ਜੀਵ ਦੇ ਜਿੰਨੇ ਵੀ ਬੋਲੇ ਹੋਏ ਬੋਲ ਨੇ ਫਿੱਕੇ ਨੇ ਔਰ ਉਹਨਾਂ ਫਿੱਕੇ ਬੋਲਾਂ ਵਿੱਚ ਕੋਈ ਤਾਤ ਪਰਜ ਨਹੀਂ। ਫਿੱਕਾ ਬੋਲ ਕੇਵਲ ਕੌੜੇ ਬੋਲ ਨੂੰ ਹੀ ਫਿੱਕਾ ਬੋਲ ਨਹੀਂ ਆਖਦੇ, ਕੜਵੇ ਬੋਲਣ ਨੂੰ ਹੀ। ਫਿੱਕੇ ਬੋਲਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਬੋਲਾਂ ਦੇ ਪਿੱਛੇ ਕੋਈ ਮਾਇਨਾ ਨਹੀਂ, ਕੋਈ ਸਿਧਾਂਤ ਨਹੀਂ, ਕੋਈ ਤਾਤ ਪਰਜ ਨਹੀਂ, ਉਹ ਬੋਲ ਵੀ ਫਿੱਕੇ ਬੋਲ ਨੇ। ਮਹਾਤਮਾ ਬੁੱਧ ਇੱਕ ਦਿਨ ਆਪਣੇ ਭਤੀਜੇ ਆਨੰਦ ਨੂੰ ਕਹਿਣ ਲੱਗੇ, ਆਨੰਦ, ਬੋਲੋ, ਘੱਟ ਬੋਲੋ। ਪਹਿਲਾਂ ਕਹਿੰਦੇ ਬੋਲੋ, ਫਿਰ ਕਹਿੰਦੇ ਘੱਟ ਬੋਲੋ, ਪਰ ਬੋਲਣ ਤੋਂ ਪਹਿਲਾਂ ਇਹ ਸੋਚ ਕੇ ਬੋਲੋ ਕਿ ਤੁਹਾਡਾ ਬੋਲਿਆ ਹੋਇਆ ਹਰ ਇੱਕ ਬੋਲ ਮਹਾਵਾਕ ਹੋਣਾ ਚਾਹੀਦਾ।
ਇੱਕ ਪੰਕਤੀ ਵਿੱਚ ਬੜਾ ਕਮਾਲ ਦਾ ਸਿਧਾਂਤ ਦੱਸ ਗਏ। ਬੋਲੋ ਘੱਟ ਬੋਲੋ, ਪਰ ਬੋਲਣ ਤੋਂ ਪਹਿਲਾਂ ਇਹ ਸੋਚ ਕੇ ਬੋਲੋ ਕਿ ਤੁਹਾਡਾ ਬੋਲਿਆ ਹੋਇਆ ਹਰ ਇੱਕ ਬੋਲ ਮਹਾਵਾਕ ਹੋਣਾ ਚਾਹੀਦਾ, ਜਿਹੜਾ ਕਿਸੇ ਦੇ ਜੀਵਨ ਨੂੰ ਬਦਲ ਕੇ ਰੱਖਦਾ। ਤੇ ਜਦੋਂ ਸਤਿਗੁਰਾਂ ਦੀ ਸੇਵਾ ਤੋਂ ਵਿਹੂਣਾ ਬੰਦਾ ਬੋਲਦਾ ਵੀ ਹੈ ਤਾਂ ਉਹਨਾਂ ਬੋਲਾਂ ਵਿੱਚ ਕੋਈ ਸਿਧਾਂਤ ਨਹੀਂ ਹੁੰਦਾ, ਉਹਨਾਂ ਬੋਲਾਂ 'ਚ ਕੋਈ ਸ਼ਕਤੀ ਨਹੀਂ ਹੁੰਦੀ, ਉਹਨਾਂ ਬੋਲਾਂ ਵਿੱਚ ਕੋਈ ਤਾਤਪਰਜ ਨਹੀਂ ਹੁੰਦਾ, ਉਹ ਫਿੱਕੇ ਬੋਲ। ਉਹ ਮੁਖ ਤੋਂ ਗਿਆਨ ਦੀ ਗੱਲ ਕਹੇਗਾ ਵੀ ਤਾਂ ਉਹ ਗਿਆਨ ਦੀਆਂ ਬਾਤਾਂ ਕੇਵਲ ਫੋਕੀਆਂ ਗੱਲਾਂ ਹੋਣਗੀਆਂ, ਉਹਨਾਂ ਵਿੱਚ ਰਸ ਨਹੀਂ ਹੈ, ਫਿੱਕੇ ਬੋਲ। ਔਰ ਗੁਰੂ ਦੀ ਸੇਵਾ ਤੋਂ ਵਿਹੂਣੇ ਲੋਕਾਂ ਦੇ ਦਿਲਾਂ ਵਿੱਚ ਪਰਮੇਸ਼ਰ ਦਾ ਨਾਮ ਵੀ ਨਹੀਂ ਵਸਦਾ। ਨਾਮ ਨਾ ਵਸੈ ਮਨ ਮਾਹੇ। ਸਤਿਗੁਰਾਂ ਦੀ ਸੇਵਾ ਤੋਂ ਵਿਹੂਣੇ ਲੋਕਾਂ ਦੇ ਦਿਲਾਂ ਵਿੱਚ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦਾ ਨਾਮ ਨਹੀਂ ਵਸਦਾ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਆਂ, ਮੋਹ ਕਾਲੈ ਉੱਠ ਜਾਹੇ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹੈ ਕਿ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਜੀਵ ਜੰਮਪੁਰ ਵਿੱਚ ਬੰਨਿਆ ਹੋਇਆ ਮਾਰਿਆ ਜਾਂਦਾ ਹੈ। ਮੋਹ ਕਾਲੈ ਉੱਠ ਜਾਹੇ, ਕਾਲਾ ਮੂੰਹ ਕਰਕੇ ਸੰਸਾਰ ਦੇ ਵਿੱਚੋਂ ਉੱਠ ਕੇ ਜਾਂਦੇ ਹੈ। ਪਾਤਸ਼ਾਹ ਦੇ ਬਚਨ ਨੇ ਦਾਗ ਦੋਸ ਮੋਹਿ ਚੱਲਿਆ ਲਾਏ। ਦੋਸ਼ਾਂ ਦੇ ਦਾਗ ਕਾਲਸ਼ ਉਹ ਆਪਣੇ ਮੂੰਹ ਤੇ ਲਾ ਕੇ ਸੰਸਾਰ ਤੋਂ ਜੀਵ ਜਾਂਦਾ ਹੈ, ਜਿਹੜਾ ਮਨਮੁਖ ਤੇ ਸਾਖਤ ਹੈ। ਮਹੱਲਾ ਪਹਿਲਾ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਇਹ ਸ਼ਲੋਕ ਪਹਿਲੇ ਪਾਤਸ਼ਾਹ ਦਾ ਉਚਾਰਿਆ ਹੋਇਆ। ਸਾੜ ਦਿਓ ਇਹੋ ਜੀ ਮਰਿਆਦਾ, ਇਹੋ ਜੀ ਰੀਤ ਨੂੰ, ਜਿਹੜੀ ਰੀਤੀ ਨਾਲ ਤੁਹਾਨੂੰ ਰੱਬ ਵਿਸਰਦਾ, ਪਰਮੇਸ਼ਰ ਵਿਸਰਦਾ। ਕਹਿੰਦਾ ਜੀ ਸਾਡੇ ਨਾ ਜੀ ਟੱਬਰ ਵਿੱਚ, ਪਰਿਵਾਰ 'ਚ ਸਾਡੇ ਵੱਡੇ ਵਡੇਰਿਆਂ ਦੀ ਇਹ ਰੀਤ ਹੈ ਜੀ, ਉਸ ਰੀਤੀ ਦੀ ਅਸੀਂ ਪਾਲਣਾ ਕਰਦੇ। ਸਾਡੇ ਵੱਡੇ ਵਡੇਰੇ ਰੀਤੀ ਕਰਦੇ ਸੀ। ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਰੀਤੀਆਂ ਐਸੀਆਂ ਨੇ ਜਿਹੜੀਆਂ ਪ੍ਰਚਲਿਤ ਨੇ, ਪਿੱਛੋਂ ਚੱਲਦੀਆਂ ਆ ਰਹੀਆਂ ਨੇ, ਲੋਕ ਰੀਤੀਆਂ ਕਹਿੰਦੇ ਆ। ਉਹਨਾਂ ਕਈ ਰੀਤੀਆਂ ਦੇ ਵਿੱਚ ਗੁਰਮਤਿ ਦਾ ਉਲੰਘਣ ਹੁੰਦਾ। ਲਾੜਾ ਤਿਆਰ ਕੀਤਾ, ਪਹਿਲਾਂ ਨਗਰ ਦੇ ਵਿੱਚ ਕੋਈ ਜੰਡੀ ਵੇਖੀ, ਉੱਥੇ ਜੰਡੀ ਤੇ ਜਾ ਕੇ ਮੱਥਾ ਟੇਕਣਾ, ਫਿਰ ਬਰਾਤ ਤੇ ਚੜ੍ਹਨਾ। ਪੁੱਛਿਆ ਭਾਈ ਸਿੱਖਾਂ ਦੇ ਟੱਬਰ ਚੋਂ, ਕਹਿੰਦੇ ਜੀ ਸਾਡੇ ਵਡੇਰਿਆਂ ਦੀ ਰੀਤ ਹੈ, ਤਾਂ ਅਸੀਂ ਇਹ ਜੰਡੀ ਨੂੰ ਆ ਕੇ ਮੱਥਾ ਟੇਕਿਆ ਤੇ ਹੁਣ ਇੱਥੋਂ ਬਰਾਤੇ ਚੜ੍ਹਨਾ। ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖਾਂ ਦੀ ਮਰਿਆਦਾ ਹੈ ਕਿ ਬਰਾਤ ਚੜ੍ਹਨ ਤੋਂ ਪਹਿਲਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਅਰਦਾਸ ਕਰਕੇ ਚੜ੍ਹਨਾ। ਪਰ ਉੱਥੇ ਜਿਹੜੀ ਦੱਸਣਾ ਵੀ ਜੀ ਇਹ ਫਲਾਣੀ ਰੀਤੀ ਸਾਡੇ ਵੱਡਿਆਂ ਦੀ, ਇਹੋ ਜਿਹੀਆਂ ਰੀਤੀਆਂ ਨੂੰ ਤਾਂ ਪਾਤਸ਼ਾਹ ਕਹਿੰਦੇ ਸਾੜ ਦਿਓ, ਜਿਹੜੀਆਂ ਰੀਤੀਆਂ ਨਾਲ ਤੁਹਾਨੂੰ ਗੁਰੂ ਨਾਨਕ ਦਾ ਘਰ ਵਿਸਰਦਾ। ਇਹ ਮੈਂ ਇੱਕ ਉਦਾਹਰਣ ਦਿੱਤੀ ਹੈ। ਐਸੀਆਂ ਬਹੁਤ ਸਾਰੀਆਂ ਰੀਤੀਆਂ ਸਾਡੇ ਸਮਾਜ ਵਿੱਚ ਲੋਕ ਪਾਲਦੇ ਨੇ, ਜਿਨ੍ਹਾਂ ਨੂੰ ਪਾਲਦਿਆਂ ਹੋਇਆਂ ਗੁਰਮਤਿ ਦੀ ਰੀਤ ਦਾ ਉਲੰਘਣ ਹੁੰਦਾ। ਹਾਂ, ਬਹੁਤ ਸਾਰੀਆਂ ਲੋਕ ਰੀਤੀਆਂ ਐਸੀਆਂ ਵੀ ਨੇ ਜਿਹੜੀਆਂ ਆਮ ਸਮਾਜ ਵਿੱਚ ਸ਼ਗਨਾਂ ਸ਼ੁਗਨਾਂ ਵਾਸਤੇ ਕੀਤੀਆਂ ਜਾਂਦੀਆਂ ਨੇ, ਉਹ ਲੋਕ ਕਰਦੇ ਹਨ, ਕੋਈ ਗੱਲ ਨਹੀਂ। ਪਰ ਜਿਸ ਰੀਤੀ ਨਾਲ ਗੁਰਮਤਿ ਦਾ ਉਲੰਘਣ ਹੋਵੇ, ਗੁਰੂ ਨਾਨਕ ਦੇ ਘਰ ਨੂੰ ਅਸੀਂ ਆਪਣੇ ਹਿਰਦੇ ਚੋਂ ਭੁਲਾ ਦਈਏ, ਉਹ ਰੀਤੀਆਂ ਦਾ ਪਾਲਣ ਨਹੀਂ ਹੋਣਾ ਚਾਹੀਦਾ। ਲੋਕ ਵੈਦਿਕ ਰੀਤੀਆਂ ਹੁੰਦੀਆਂ ਸੰਸਾਰ 'ਚ। ਕੋਈ ਘੋੜੀ ਤੇ ਚੜ੍ਹ ਕੇ ਜਾਂਦਾ, ਲੋਕ ਰੀਤੀ ਹੈ, ਲਾੜਾ ਘੋੜੀ ਤੇ ਚੜ੍ਹਦਾ। ਇੱਥੇ ਕੋਈ ਗੁਰਮਤਿ ਦਾ ਵਿਰੋਧ ਨਹੀਂ ਹੈ, ਚੜ੍ਹਦਾ ਚੜ੍ਹ ਕੇ ਜਾਏ।
ਕੁਝ ਲੋਕ ਕਰੀਤੀਆਂ ਹੁੰਦੀਆਂ ਸੰਸਾਰ ਵਿੱਚ ਜਿਨ੍ਹਾਂ ਦੇ ਪਾਲਣ ਨਾਲ ਗੁਰਮਤ ਦਾ ਕੋਈ ਖੰਡਨ ਨਹੀਂ, ਪਰ ਜਿਹੜੀਆਂ ਰੀਤੀਆਂ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੀ ਭੁੱਲ ਜੇ, ਜੰਡੀਆਂ ਦਾ ਪੁਜਾਰੀ ਬਣ ਜੇ, ਜਾ ਕੇ ਕਬਰਾਂ ਮੜੀਆਂ ਨੂੰ ਜਾ ਕੇ ਮੱਥਾ ਟੇਕਣ ਲੱਗ ਪਏ, ਇਹੋ ਜਿਹੀਆਂ ਰੀਤੀਆਂ ਨੂੰ ਸਿੱਖ ਨੇ ਸਾੜ ਕੇ ਸੁਆਹ ਕਰ ਦੇਣਾ। ਬਸ ਏਦਾਂ ਕਹਿ ਲਈਏ ਵੀ ਜਿਸ ਕੰਮ ਨੂੰ ਕੀਤਿਆਂ ਰੱਬ ਵਿਸਰਦਾ ਉਹ ਕੰਮ ਛੱਡ ਦਿਓ, ਗੁਰੂ ਨਾਨਕ ਸਾਹਿਬ ਕਹਿੰਦੇ। ਇੰਨੀ ਕੁ ਗੱਲ ਸਮਝਾਉਂਦੇ ਕਿ ਜਿਸ ਕੰਮ ਨੂੰ ਕੀਤਿਆਂ ਪਿਆਰਾ ਵਿਸਰ ਜੇ, ਰੱਬ ਵਿਸਰ ਜੇ, ਉਹ ਕੰਮ ਸਾੜ ਦਿਓ, ਯਾਨੀ ਕਿ ਉਹ ਕੰਮ ਛੱਡ ਦਿਓ। ਝੂਠ ਬੋਲਿਆ ਰੱਬ ਵਿਸਰਦਾ, ਨਿੰਦਾ ਕਰਦਿਆਂ ਰੱਬ ਭੁੱਲਿਆ ਹੁੰਦਾ, ਈਰਖਾ ਤੇ ਦਵੈਸ਼ ਕਰਦਿਆਂ ਹੋਇਆਂ ਵੀ ਰੱਬ ਭੁੱਲਿਆ ਹੁੰਦਾ। ਜਿਸ ਕੰਮ ਨੂੰ ਕੀਤਿਆਂ ਜਾਂ ਕਰਦਿਆਂ ਰੱਬ ਵਿਸਰਦਾ, ਪਰਮੇਸ਼ਰ ਵਿਸਰਦਾ, ਉਸ ਕੰਮ ਨੂੰ ਗੁਰਦੇਵ ਕਹਿੰਦੇ ਤਿਆਗ ਦਿਓ, ਉਹਨੂੰ ਸਾੜ ਹੀ ਦਿਓ। ਇੱਥੇ ਤਾਂ ਮਰਿਆਦਾ ਮਹਾਰਾਜ ਜੀ ਦਾ ਸਾੜ ਦਿਓ। ਸਾੜੀ ਹੋਈ ਚੀਜ਼ ਦਾ ਮਤਲਬ ਹੁੰਦਾ ਵੀ ਜਿਹੜੀ ਦੁਬਾਰਾ ਕੰਮ ਨਾ ਆਵੇ। ਸੜੀ ਹੋਈ ਚੀਜ਼ ਨਹੀਂ ਕੰਮ ਆਏਗੀ ਦੁਬਾਰਾ। ਇਸ ਕਰਕੇ ਇਹੋ ਜਿਹੀਆਂ ਰੀਤੀਆਂ, ਇਹੋ ਜਿਹੀਆਂ ਜਿਹੜੀਆਂ ਮਰਿਆਦਾਵਾਂ ਸੰਸਾਰ ਦੇ ਵਿੱਚ ਚੱਲਦੀਆਂ ਨੇ, ਜਿਨ੍ਹਾਂ ਕਰਕੇ ਰੱਬ ਵਿਸਰਦਾ ਹੈ, ਭਾਈ ਉਹ ਰੀਤੀਆਂ ਸਾੜ ਦਿਓ। ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਸਾਈ ਉਹੀ ਭਲੀ ਪ੍ਰੀਤ ਹੈ ਜਿਸ ਨਾਲ ਸਾਹਿਬ ਦੇ ਨਾਲ ਪੱਤ ਰਹਿੰਦੀ ਹੈ, ਜਿਸ ਨਾਲ ਸਾਹਿਬ ਦੀ ਪੱਤ, ਸਾਹਿਬ ਦੇ ਨਾਲ ਜੁੜਨ ਦੀ ਪੱਤ ਰਹਿੰਦੀ ਹੈ, ਉਹ ਪ੍ਰੀਤ ਭਲੀ ਹੈ। ਪੌੜੀ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਤੇ ਆਈਐ। ਹੁਣ ਪੌੜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਉਚਾਰਦੇ ਨੇ। ਗੁਰਦੇਵ ਫਰਮਾਉਂਦੇ ਨੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਹੁਕਮ ਕਰਦੇ ਨੇ, ਇੱਕ ਦਾਤੇ ਹਰੀ ਨੂੰ ਸੇਵੀਏ, ਇੱਕ ਨੂੰ ਸੇਵੀਏ, ਇੱਕ ਨੂੰ ਅਰਾਧੀਏ, ਇੱਕ ਨੂੰ ਧਿਆਈਏ। ਦਰ ਦਰ ਦਾ ਮੰਗਤਾ ਨਾ ਬਣਦਾ, ਫਿਰ ਇੱਕ ਦੇ ਦਰ ਦਾ ਹੋ ਜਾ। ਇੱਕ ਦਾਤੇ ਨੂੰ ਸੇਵੀਏ ਤੇ ਇੱਕ ਨੂੰ ਹੀ ਧਿਆਈਏ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ। ਇੱਕ ਨੂੰ ਸੇਵੀਏ ਤੇ ਫਿਰ ਇੱਕ ਨੂੰ ਹੀ ਧਿਆਈਏ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਹਰੀ ਇੱਕੋ ਦਾਤਾ ਹੈ, ਉਹਦੇ ਤੋਂ ਬਿਨਾ ਕੋਈ ਦਾਤਾ ਨਹੀਂ ਹੈ, ਤੇ ਇੱਕੋ ਦਾਤੇ ਕੋਲੋਂ ਮੰਗੀਏ, ਇੱਕੋ ਕੋਲੋਂ। ਆਖੋ ਸਤਨਾਮ ਸ੍ਰੀ। ਉਹ ਇੱਕੋ ਦਾਤੇ ਕੋਲੋਂ ਮੰਗੀਏ, ਇੱਕੋ ਕੋਲੋਂ। ਤੇ ਜਦੋਂ ਇੱਕੋ ਦਾਤੇ ਕੋਲੋਂ ਮੰਗੀਏ ਤੇ ਫਿਰ ਜੋ ਮੰਗੀਏ ਮਨ ਚੰਦੇ ਫਲ ਪ੍ਰਾਪਤ ਹੁੰਦੇ ਨੇ। ਸਾਡੇ ਦਾਤੇ ਐਸੇ ਨੇ, ਸਾਡੇ ਦਾਤਾ ਜੀ ਐਸੇ ਨੇ, ਜੋ ਮਨ ਚ ਚਿਤਵੀਏ ਉਹ ਪ੍ਰਾਪਤ ਹੁੰਦਾ। ਦਾਤਾ ਬੰਦੀ ਛੋੜ ਵੀ ਨੇ। ਇੱਕ ਦਾਤੇ ਕੋਲੋਂ ਮੰਗੀਏ। ਬਾਦਸ਼ਾਹ ਕਹਿੰਦਾ ਜਹਾਂਗੀਰ ਵੀ ਤੂੰ ਭੁਲੇਖੇ ਨਾਲ ਆ ਗਿਆ ਮੇਰੇ ਕੋਲ। ਮੈਂ ਸੱਚਾ ਪਾਤਸ਼ਾਹ ਨਹੀਂ ਹਾਂ, ਪਰ ਪਾਤਸ਼ਾਹ ਹਾਂ। ਆਗਰੇ ਦੀ ਧਰਤੀ ਤੇ ਕਹਿੰਦਾ ਤੂੰ ਮੇਰੇ ਕੋਲੋਂ ਮੰਗ ਲੈ, ਕੀ ਚਾਹੀਦਾ ਤੈਨੂੰ ਮੈਂ ਦੇ ਦਿੰਨਾ। ਝੱਟ ਅੱਗੋਂ ਜਿਹੜੇ ਰੱਖੇ ਹੋਏ 5 ਪੈਸੇ ਸੀ ਚੁੱਕ ਕੇ ਕਹਿੰਦਾ, ਜਾਓ ਝੂਠਿਆ ਪਾਤਸ਼ਾਹ, ਤੇਰੇ ਕੋਲੋਂ ਕੀ ਮੰਗਾ, ਤੂੰ ਕੀ ਦੇ ਸਕਦਾ ਮੈਨੂੰ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆਇਆ। ਮਹਾਰਾਜ ਕਿਰਪਾ ਕਰੋ, ਗੁਰਦੇਵ ਨੇ ਬਚਨ ਕੀਤਾ, ਸਿੱਖਾ ਤੇਰਾ ਲੋਕ ਸੁਖੀ ਪਰਲੋਕ ਸੁਹੇਲਾ।
ਹਾਲਾਂਕਿ ਹਿੰਦੁਸਤਾਨ ਦਾ ਬਾਦਸ਼ਾਹ ਕਹਿ ਰਿਹਾ ਸੀ ਵੀ ਮੰਗ ਲੈ ਕੀ ਚਾਹੀਦਾ ਤੈਨੂੰ। ਉਹਨਾਂ ਆਖਿਆ ਤੂੰ ਕੀ ਦੇਵੇਂਗਾ, ਮੰਗਤਾ ਕੀ ਦੇਗਾ ਮੰਗਤੇ ਨੂੰ। ਇਹ ਸਿੱਖ ਦੀ ਭਾਵਨਾ, ਸਿੱਖ ਦਾ ਨਿਸ਼ਚਾ ਹੈ। ਇੱਕ ਦਾਤੇ ਦੀ ਸ਼ਰਨ ਚੋਂ ਮੰਗਣਾ, ਇੱਕ ਦਾਤੇ ਦੇ ਚਰਨਾਂ ਚੋਂ ਮੰਗਣਾ। ਹਰ ਇੱਕੋ ਦਾਤਾ ਮੰਗੀਐ, ਹਰ ਇੱਕੋ ਦਾਤਾ ਮੰਗੀਐ, ਹਰ ਇੱਕੋ ਦਾਤਾ ਮੰਗੀਐ। ਇੱਕੋ ਦਾਤਾ ਮੰਗੀਐ, ਹਰ ਇੱਕੋ ਦਾਤਾ ਮੰਗੀਐ। ਹਰ ਇੱਕੋ ਦਾਤਾ ਮੰਗੀਐ, ਹਰ ਇੱਕੋ ਦਾਤਾ ਮੰਗੀਐ। ਇੱਕੋ ਦਾਤਾ ਮੰਗੀਐ, ਹਰ ਇੱਕੋ ਦਾਤਾ ਮੰਗੀਐ। ਇੱਕ ਦਾਤੇ ਕੋਲੋਂ ਮੰਗੀਏ ਤਾਂ ਮਨ ਚਿੰਦੇ ਫਲ ਪ੍ਰਾਪਤ ਹੁੰਦੇ ਹਨ। ਦਾਤਾ ਹੈ ਵੀ ਇੱਕੋ, ਦੱਦਾ ਦਾਤਾ ਏਕ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਦੂਜਾ ਕੋਈ ਦਾਤਾ ਹੈ ਹੀ ਨਹੀਂ। ਦੂਜੇ ਤਾਂ ਸਾਰੇ ਉਸ ਦਰ ਦੇ ਮੰਗਤੇ ਹਨ। ਮੰਗਤਿਆਂ ਕੋਲੋਂ ਕਿਆ ਮੰਗਣਾ ਹੋਇਆ। ਦਾਤੇ ਦੇ ਚਰਨਾਂ ਚੋਂ ਮੰਗੀਏ। ਤੇ ਫਿਰ ਸਾਹਿਬ ਇਹੋ ਜਿਹੇ ਦਾਤੇ ਨੇ। ਆਹ ਇੱਕ ਕਵੀ ਹੋਇਆ, ਕਵੀ ਹੰਸ ਰਾਮ, ਕਲਗੀਧਰ ਦੇ ਦਰਬਾਰ ਦਾ 52 ਕਵੀਆਂ ਚ ਇੱਕ ਕਵੀ। ਉਹਨਾਂ ਗੁਰਦੇਵ ਦੀ ਸਿਫਤ ਕੀਤੀ। ਵੇਖ ਕੇ ਸੁਦਾਮਾ ਕਵੀ ਮਹਾਰਾਜ ਜੀ ਦਾ, ਉਹ ਵੀ ਉਪਮਾ ਕਰਦਿਆਂ ਕਹਿਣ ਲੱਗਾ, ਮਹਾਰਾਜ ਉਹੀ ਤੁਸੀਂ ਗੋਬਿੰਦ ਹੋ, ਉਹੀ ਮੈਂ ਸੁਦਾਮਾ। ਫਿਰ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਉਹਨਾਂ ਸਾਰੇ ਕਵੀਆਂ ਦੇ ਛੰਦ ਲਿਖ ਕੇ ਫਿਰ ਆਪ ਵੀ ਚਾਰ ਨਾਲ ਲਿਖਦੇ। ਉਹ ਕਹਿੰਦੇ, ਮਹਾਰਾਜ ਹੇ ਕਲਗੀਧਰ ਸੁਆਮੀ, ਤੇ ਦੂਜੇ ਕਵੀਆਂ ਨੂੰ ਨਾਲ ਦਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਨਾ, ਹੇ ਕਵੀ ਜਨੋ, ਪਰਸ਼ੂਰਾਮ ਜੋ ਬ੍ਰਾਹਮਣਾਂ ਨੂੰ ਰਾਜ ਦੇ ਰਹੇ ਸਨ, ਉਹ ਬ੍ਰਾਹਮਣਾਂ ਨੂੰ ਰਾਜ ਦੇ ਕੇ ਉਹਨਾਂ ਦੇ ਹੁੰਦੇ ਹੋਇਆਂ ਜਿਹੜੇ ਫਿਰ ਬਾਅਦ ਵਿੱਚ ਬ੍ਰਾਹਮਣ ਹੋਏ ਅਨੇਕਾਂ ਦਾਲਦੀ ਹੋ ਗਏ, ਦਾਲਦੀ ਹੋ ਗਏ। ਸੁਦਾਮਾ ਬ੍ਰਾਹਮਣ ਸੀ, ਦਾਲਦੀ ਹੋ ਗਿਆ। ਜਿਹੜੀ ਰਾਜ ਦਿੱਤਾ, ਭਾਗ ਦਿੱਤਾ, ਸੁੱਖ ਸੰਪਦਾ ਦਿੱਤੀ, ਪਰ ਉਹ ਸदैव ਨਹੀਂ ਰਹੀ। ਉਹ ਸਾਰੀਆਂ ਉਦਾਹਰਨਾਂ, ਫਿਰ ਸਾਰੇ ਅਵਤਾਰਾਂ ਦੀ ਗੱਲ ਕਰ। ਉਹਨੇ ਦਾਨ ਦਿੱਤਾ, ਅੱਗੇ ਉਹਦੀ ਬੰਸ ਅੱਜ ਭੁੱਖੀ ਮਰ ਰਹੀ ਹੈ। ਅੱਗੇ ਉਹਨਾਂ ਦੇ ਦਿੱਤੇ ਹੋਏ ਦਾਨ ਮੁੱਕ ਗਏ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੇ ਕਲਗੀਧਰ ਜੀ, ਤੁਸੀਂ ਇਹੋ ਜਿਹੇ ਦਾਤੇ ਹੋ, ਜਦੋਂ ਆਪਣੇ ਸੇਵਕ ਨੂੰ ਦਾਨ ਦਿੰਦੇ ਹੋ, ਉਹ ਘਟਦਾ ਨਹੀਂ, ਸਗੋਂ ਦਿਨ ਪ੍ਰਤੀ ਦਿਨ ਵੱਧਦਾ ਚਲਿਆ ਜਾਂਦਾ ਹੈ। ਅੱਜ ਸ਼ਾਮ ਦੀ ਕਥਾ ਵਿੱਚ ਉਹ ਕਵੀ ਦਰਬਾਰ ਸਜਣਾ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤ ਦਾ। ਫਿਰ ਇਹੋ ਜਿਹੇ ਦਾਤੇ ਨੂੰ ਛੱਡ ਕੇ ਹੋਰ ਕਿੱਥੇ ਜਾਈਏ। ਹੈ ਹੀ ਨਹੀਂ ਕੋਈ ਹੋਰ ਦੂਜਾ ਦਾਤਾ। ਇੱਕੋ ਕੋਲੋਂ ਮੰਗੀਏ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਇੱਕ ਕੋਲੋਂ ਮੰਗਿਆ ਮਨ ਚਿੰਦੇ ਫਲ ਉਹ ਪ੍ਰਾਪਤ ਹੁੰਦੇ ਹਨ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਤੇ ਜੇ ਦੂਜੇ ਪਾਸੋਂ ਮੰਗੀਏ, ਚਲੇ ਜਾਈਏ ਮੰਗਣ, ਤੇ ਸ਼ਰਮ ਨਾਲ ਹੀ ਮਰਨਾ ਪੈਂਦਾ। ਪਹਿਲਾਂ ਤਾਂ ਬੰਦਾ ਜਦੋਂ ਮੰਗਣ ਜਾਂਦਾ ਹੈ ਕਿਸੇ ਕੋਲੋਂ, ਬੜਾ ਉਹਨੂੰ ਆਪਣੇ ਹਿਰਦੇ ਵਿੱਚ ਮਾਣ ਜਿਹਾ ਛੱਡ ਕੇ, ਨਿਮਾਣਾ ਜਿਹਾ ਬਣ ਕੇ ਕਿਸੇ ਕੋਲੋਂ ਮੰਗਣ ਜਾਣਾ ਪੈਂਦਾ। ਮਰ ਕੇ ਹੀ ਜਾਂਦਾ ਇੱਕ ਪ੍ਰਕਾਰ ਨਾਲ ਕਿਸੇ ਕੋਲੋਂ ਜਦੋਂ ਮੰਗਦਾ, ਮਰ ਕੇ ਹੀ ਮੰਗਦਾ। ਫਿਰ ਅੱਗੋਂ ਮਿਲ ਜੇ ਇਨਕਾਰ। ਪਹਿਲਾਂ ਮਰ ਕੇ ਗਿਆ ਮੰਗਣ, ਤੇ ਅੱਗੋਂ ਇਨਕਾਰ ਮਿਲ ਜੇ ਵੀ ਨਾ ਭਾਈ ਮੈਂ ਨਹੀਂ ਦੇ ਸਕਦਾ, ਹੈ ਨਹੀਂ। ਫਿਰ ਹੋਰ ਜ਼ਿਆਦਾ ਸ਼ਰਮ ਚ ਮਰ ਜਾਂਦਾ। ਉਹ ਤਾਂ ਪਹਿਲਾਂ ਹੀ ਮਰ ਕੇ ਗਿਆ, ਤੇ ਫਿਰ ਜਦੋਂ ਅੱਗੋਂ ਮਿਲਿਆ ਨਾ, ਫਿਰ ਹੋਰ ਮਰ ਗਿਆ। ਫਿਰ ਇਹੋ ਜਿਹਾ ਕੋਲ ਜਾਣਾ ਹੀ ਕਿਉਂ ਹੈ ਮੰਗਣ।
ਆਖੋ ਸਤਿਨਾਮ ਸ੍ਰੀ। ਵਾਹਿਗੁਰੂ। ਜਿੱਥੇ ਸ਼ਰਮ ਨਾਲ ਮਰਨਾ ਪਵੇ, ਸਿੰਘ ਕਹਿੰਦੇ ਹੁੰਦੇ ਬੋਲੇ, ਨਾ ਕਰੀ ਕਿਸੇ ਦਾ ਮੁਥਾਜ, ਨਾ ਕਰੀ ਕਿਸੇ ਦਾ ਮੁਥਾਜ, ਚੱਲੇ ਕੋ ਘੋੜਾ ਉਡਨੇ ਕੋ ਬਾਜ, ਨਾ ਕਰੀ ਕਿਸੇ ਦਾ ਮੁਥਾਜ। ਜੇ ਕਰੀ ਕਿਸੇ ਦਾ ਮੁਥਾਜ, ਉਹਦੇ ਨੇਤਰਾਂ 'ਚ ਹੋਵੇ ਲਾਜ। ਇਹ ਸਿੰਘਾਂ ਦੇ ਬੋਲੇ ਨੇ। ਦੂਜੇ ਪਾਸੋਂ ਮੰਗਣ ਤੋਂ ਬਾਅਦ ਕਹਿੰਦੇ ਲਾਜ ਨਾਲ ਮਰਨਾ ਪੈਂਦਾ, ਸ਼ਰਮ ਨਾਲ ਮਰਨਾ ਪੈਂਦਾ। ਫਿਰ ਕਿਉਂ ਮੰਗੀਏ ਜਿੱਥੇ ਜਾ ਕੇ ਸ਼ਰਮ ਦੇ ਨਾਲ ਮੰਗਣਾ ਪਵੇ, ਅੱਖਾਂ ਨੀਵੀਆਂ ਕਰਕੇ ਮੰਗਣਾ ਪਵੇ। ਆਪਣੇ ਦਾਤੇ ਕੋਲੋਂ ਮੰਗੀਏ, ਜਿੱਥੇ ਮੰਗ ਕੇ, ਜਿਵੇਂ ਪੁੱਤਰ ਪਿਤਾ ਕੋਲੋਂ ਮੰਗਦਾ, ਉਹਨੂੰ ਸ਼ਰਮ ਨਹੀਂ ਆਉਂਦੀ, ਉਹਨੂੰ ਲਾਜ ਨਹੀਂ ਆਉਂਦੀ, ਉਹਨੂੰ ਪਤਾ ਮੇਰਾ ਪਿਤਾ ਹੈ। ਪਰ ਉਸ ਪੁੱਤਰ ਨੂੰ ਕਿਸੇ ਹੋਰ ਅੱਗੇ ਹੱਥ ਟੱਡਣੇ ਪੈਣ ਤੇ ਫਿਰ ਤਾਂ ਸ਼ਰਮਸਾਰ ਹੁੰਦਾ ਨਾ। ਇਸ ਕਰਕੇ ਸਾਡੇ ਪਿਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ। ਸਤਿਗੁਰਾਂ ਦੇ ਚਰਨਾਂ 'ਚੋਂ ਹੀ ਦਾਨ ਮੰਗਣਾ ਹੈ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਆ। ਜਿਨ੍ਹਾਂ ਨੇ ਸੇਵਿਆ ਤਿਨਾਂ ਨੇ ਸਰਬ ਫਲ ਪ੍ਰਾਪਤ ਕੀਤੇ ਨੇ। ਸਤਿਗੁਰੂ ਜੀ ਨੇ ਤਿਨਾਂ ਜਨਾਂ ਦੀਆਂ ਸਾਰੀਆਂ ਭੁੱਖਾਂ ਗਵਾ ਦਿੱਤੀਆਂ, ਉਹਨਾਂ ਦੀਆਂ ਸਾਰੀਆਂ ਭੁੱਖਾਂ ਮਿਟਾ ਦਿੱਤੀਆਂ। ਨਾਨਕ ਤਿਨ ਵਿਟੋਂ ਵਾਰਿਆ, ਜਿਨੇ ਅਨਦਿਨ ਹਿਰਦਾ ਹਰ ਨਾਮ ਧਿਆਈਆ। ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ, ਕੁਰਬਾਨ ਜਾਵਾਂ ਤਿਨਾਂ ਤੋਂ ਜਿਹੜੇ ਰਾਤ ਦਿਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਅੱਠੇ ਪੈਰ ਨਿਰੰਤਰ ਉਸ ਨਿਰੰਕਾਰ ਦੇ ਨਾਮ ਨੂੰ ਧਿਆਉਂਦੇ ਨੇ। ਉਹਨਾਂ ਨਾਮ ਧਿਆਉਣ ਵਾਲਿਆਂ ਤੋਂ ਮੈਂ ਵਾਰੇ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਗੁਰੂ ਸਾਹਿਬ ਜੀ ਦੇ ਘਰ ਦੀ ਇਹ ਬਰਕਤ ਹੈ ਕਿ ਸਤਿਗੁਰਾਂ ਦੇ ਚਰਨਾਂ ਤੇ ਆਸ ਰੱਖਣ ਵਾਲਾ ਸਿੱਖ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ। ਉਹ ਤਾਂ ਡੰਕੇ ਦੀ ਚੋਟ ਤੇ ਕਹਿੰਦਾ, ਅਬ ਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਅਭਿਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ।